ਇੱਕ ਅਦਾਰੇ ਨੂੰ ਜਿਹੜਾ ਵੀ ਕੋਈ ਨੁਕਤਾਚੀਨੀ ਕਰਦਾ ਹੈ ਸਰਕਾਰ ਦੀ ਪਾਲਿਸੀ ਦੀ, ਉਸ ਨੂੰ ਤੋੜ ਦਿੱਤਾ ਜਾਂਦਾ ਹੈ ਕਿ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੇ ਪਿੱਛੇ ਸਰਕਾਰ ਅਜੇ ਵੀ ਇਹ ਤਰਕ ਦੇ ਰਹੀ ਹੈ ਕਿ ਕਾਨੂੰਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਬਣਾਏ। ਆਜ਼ਾਦੀ ਤੋਂ ਬਾਅਦ ਜੇ 60-65 ਦੀ ਗੱਲ ਕਰੀਏ, 50% ਹਿੱਸਾ ਖੇਤੀਬਾੜੀ ਦਾ ਸਾਡੇ ਉਤਪਾਦਨ ਦੇ ਵੀ ਸੀ। ਅੱਜ 70% ਕੰਮ ਕਰਨ ਵਾਲੇ ਲੋਕਾਂ ਦੀ ਹਿੱਸੇਦਾਰੀ, ਤੁਸੀਂ ਅੰਦਾਜ਼ਾ ਕਰੋ ਸਾਡੇ ਜਿਹੜਾ ਕੁੱਲ ਘਰੇਲੂ ਉਤਪਾਦਨ ਹੁੰਦਾ ਦੇਸ਼ ਦਾ, ਕੇਵਲ 13% ਹੈ। ਬਹੁਤ ਹੀ ਸਤਿਕਾਰਯੋਗ ਆਗੂ ਸਾਹਿਬਾਨ, ਭੈਣੋ ਤੇ ਭਰਾਵੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਕੱਤਰ ਸਾਹਿਬ ਨੇ ਪਹਿਲਾਂ ਹੀ ਪਾਬੰਦ ਕੀਤਾ ਕਿ ਹਾਜ਼ਰੀ ਲਵਾਉਣੀ ਹੈ ਸਿਰਫ। ਨਾਟਕ ਵਾਲੇ ਸਾਡੀ ਟੀਮ ਤਿਆਰ ਹੈ, ਤੁਸੀਂ ਆਨੰਦ ਲੈਣਾ ਹੈ। ਮੈਂ ਬਹੁਤੀ ਗੱਲ ਨਹੀਂ ਕਰਨੀ ਕਿਉਂਕਿ ਰਾਜੇਵਾਲ ਸਾਹਿਬ ਨੇ ਬੜੇ ਵਿਸਥਾਰ ਨਾਲ ਮੋਰਚੇ ਦੇ ਸੰਬੰਧੀ ਕਾਫੀ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੱਤੀਆਂ। ਉਹਨਾਂ ਕਿਹਾ ਕਿ ਮੋਰਚਾ ਇੰਨਾ ਲੰਬਾ ਹੋ ਰਿਹਾ ਔਰ ਇੰਨਾ ਸ਼ਕਤੀਸ਼ਾਲੀ ਵੀ ਹੈ ਕਿ ਸਰਕਾਰ ਇਸ ਤੋਂ ਘਬਰਾਈ ਹੋਈ ਹੈ। ਸਰਕਾਰ ਦੂਜੇ ਪਾਸੇ ਗੁੰਮਰਾਹ ਵੀ ਕਰ ਰਹੀ ਹੈ, ਇਹ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਮੈਂ ਉਸ ਦੇ ਵਿੱਚ ਜਾਣਾ ਨਹੀਂ, ਮੈਂ ਸਿਰਫ ਦੋ ਗੱਲਾਂ ਦੇ ਉੱਪਰ ਕੇਂਦਰਿਤ ਕਰਨਾ ਹੈ 5 ਮਿੰਟ ਦੇ ਲਈ ਆਪਣੀ ਤਕਰੀਰ। ਉਹ ਇਹ ਹੈ ਕਿ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੇ ਪਿੱਛੇ ਸਰਕਾਰ ਅਜੇ ਵੀ ਇਹ ਤਰਕ ਦੇ ਰਹੀ ਹੈ ਕਿ ਕਾਨੂੰਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਬਣਾਏ। ਇਹ ਤਰਕ 2014 ਚ ਵੀ ਦਿੱਤਾ ਸੀ ਕਾਨੂੰਨ ਬਣਾਉਣ ਤੋਂ ਪਹਿਲਾਂ। 2019 ਦੇ ਇਲੈਕਸ਼ਨ ਆਈ, ਉਦੋਂ ਵੀ ਇਹੀ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਚਾਹੁੰਦੀ ਹੈ। ਜਦੋਂ ਇਹ ਕਾਨੂੰਨ ਬਣਾਏ ਪਿਛਲੇ ਸਾਲ, ਇਹਨਾਂ ਦੇ ਪਿੱਛੇ ਵੀ ਇਹੀ ਤਰਕ ਦਿੱਤਾ ਕਿ ਅਸੀਂ ਤਾਂ ਆਮਦਨ ਦੁੱਗਣੀ ਕਰਨਾ ਚਾਹੁੰਦੇ ਹਾਂ ਤਾਂ ਕਾਨੂੰਨ ਬਣਾਏ ਨੇ। ਇਹ ਤਰਕ ਪਿਛਲੇ 2014 ਨੂੰ ਦਿੱਤਾ ਜਾ ਰਿਹਾ ਹੈ। ਅੱਜ ਆਪਾਂ 2021 ਦੇ ਵਿੱਚ ਹਾਂ। ਤੁਸੀਂ ਅੰਦਾਜ਼ਾ ਕਰੋ ਕਿ ਆਮਦਨ ਦੁੱਗਣੀ ਹੋਈ ਕਿ ਆਮਦਨ ਕਿੰਨੀ ਘਟੀ ਉਸ ਤੋਂ ਬਾਅਦ। ਇਹ ਅੰਦਾਜ਼ਾ ਕਿਸ ਤੋਂ ਲੱਗਦਾ ਹੈ? ਆਪਣਾ ਅੰਦਾਜ਼ਾ ਇਸ ਤੋਂ ਲੱਗਦਾ ਹੈ ਕਿ ਕਿਸਾਨਾਂ ਦੇ ਸਿਰ ਕਰਜ਼ਾ ਜਿਹੜਾ 2014 ਚ ਕਿੰਨਾ ਸੀ, ਅੱਜ ਕਿੰਨਾ ਹੈ। 2014 ਚ ਖੁਦਕੁਸ਼ੀਆਂ ਕਿੰਨੀਆਂ ਸੀ, ਅੱਜ ਕਿੰਨੀਆਂ ਨੇ। ਇਸ ਤੋਂ ਅੰਦਾਜ਼ਾ ਬੜਾ ਸਪਸ਼ਟ ਹੈ। ਸਰਕਾਰੀ ਅੰਕੜੇ ਵੀ ਇਸ ਲਈ ਮੌਜੂਦ ਨੇ, ਜਿਹੜੇ ਅੰਕੜੇ ਸਰਕਾਰ ਹੀ ਕੱਢਦੀ ਹੈ, ਅਸੀਂ ਨਹੀਂ ਕੱਢਦੇ, ਉਹਨਾਂ ਦੇ ਅੰਕੜੇ ਨੇ। ਪਰ ਫਿਰ ਵੀ ਅਜੇ ਕਹੀ ਜਾਂਦੇ ਨੇ ਕਿ ਆਮਦਨ ਦੁੱਗਣੀ ਕਰਨੀ ਹੈ। ਮੈਂ ਇੱਕੋ ਹੀ ਗੱਲ ਦੱਸਣੀ ਹੈ ਕਿ ਸਾਡਾ ਰਿਜ਼ਰਵ ਬੈਂਕ ਹੈ ਜਿਹੜਾ, ਉਹਦੇ ਸਾਬਕਾ ਗਵਰਨਰ ਸੀ ਡਾਕਟਰ ਰਘੂ ਰਾਮ ਰਾਜਨ, ਜੋ ਸਰਕਾਰ ਦੀ ਨੁਕਤਾਚੀਨੀ ਵੀ ਕਰਦਾ ਸੀ, ਪਰ ਮੋਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਸੀ ਹੁੰਦੀ, ਉਸ ਨੂੰ ਹਟਾ ਦਿੱਤਾ ਗਿਆ ਸੀ। ਉਸ ਨੇ ਦੋ ਗੱਲਾਂ ਕਹੀਆਂ ਸੀ ਕਿ ਜੇ ਖੇਤੀਬਾੜੀ ਨੂੰ ਬਚਾਉਣਾ ਹੈ ਤਾਂ ਦੋ ਗੱਲਾਂ ਕਰੋ। ਇੱਕ ਤਾਂ ਉਹਦੇ ਵਿੱਚ ਪੈਸਾ ਲਾਓ, ਵੱਧ ਤੋਂ ਵੱਧ ਪੂੰਜੀ ਨਿਵੇਸ਼ ਕਰੋ। ਨੰਬਰ 2 ਨੇ ਕਿਹਾ ਕਿ ਕਿਸਾਨਾਂ ਦੀ ਫਸਲਾਂ ਦੇ ਵਾਜਬ ਭਾਅ ਦੇ ਦਿਓ। ਇਹ ਦੋ ਹੀ ਗੱਲਾਂ ਕਹੀਆਂ, ਗਲਤ ਨਹੀਂ ਕਹੀਆਂ ਉਹਨੇ। ਤਾਂ ਇਸ ਲਈ ਜੇ ਮੈਂ ਇਹਨਾਂ ਦੋ ਗੱਲਾਂ ਦੇ ਉੱਪਰ ਜਾਵਾਂ ਤਾਂ ਪੂੰਜੀ ਨਿਵੇਸ਼ ਜਿਹੜਾ ਖੇਤੀਬਾੜੀ ਦੇ ਵਿੱਚ ਹੈ, ਖੇਤੀਬਾੜੀ ਦੇਖੋ ਐਡਾ ਵੱਡਾ ਖੇਤਰ ਹੈ, ਸਭ ਤੋਂ ਵੱਡਾ ਖੇਤਰ ਹੈ ਸਾਡੇ ਆਰਥਿਕ ਖੇਤਰ ਦਾ, ਜਿਸ ਤੇ 70% ਲੋਕ ਸਿੱਧੇ ਤੇ ਅਸਿੱਧੇ ਨਿਰਭਰ ਨੇ। ਇਹਦੇ ਵਿੱਚ ਕਿਸੇ ਵੇਲੇ ਜਿਹੜਾ ਪੈਸਾ ਹੈ ਉਹ ਸਾਡੇ ਬਜਟ ਦਾ 40% ਲੱਗਦਾ ਸੀ, ਜਾਂ ਇਸ ਨੂੰ ਕਹਿ ਲਈਏ ਜਿਹੜੀ ਸਾਡੀ GDP ਹੈ, ਕੁੱਲ ਘਰੇਲੂ ਉਤਪਾਦ, ਉਹਦਾ 10% ਹਿੱਸਾ ਖੇਤੀਬਾੜੀ ਦੇ ਉੱਪਰ ਖਰਚਾ ਹੁੰਦਾ ਸੀ ਆਜ਼ਾਦੀ ਤੋਂ ਬਾਅਦ। ਪਰ ਜਦੋਂ ਅਸੀਂ ਹੁਣ ਪਹੁੰਚੇ ਹਰੇ ਇਨਕਲਾਬ ਤੋਂ ਬਾਅਦ, ਜਦੋਂ ਜਿਹੜਾ ਅਨਾਜ ਦੀ ਪੈਦਾਵਾਰ ਹੋ ਗਈ, ਜਿਹੜਾ ਦੇਸ਼ ਹੈ ਅਨਾਜ ਦੇ ਉੱਪਰ ਜਿਹੜਾ ਸਵੈ ਨਿਰਭਰ ਵੀ ਹੋ ਗਿਆ। ਪਰ ਅੱਜ ਹਾਲਤ ਇਹ ਹੈ ਕਿ ਜਿਹੜਾ ਪੂੰਜੀ ਨਿਵੇਸ਼ ਹੈ ਖੇਤੀਬਾੜੀ ਦੇ ਵਿੱਚ, ਉਹ ਕੇਵਲ ਸਾਡੀ GDP ਦਾ 1.5% ਲੱਗਦਾ ਹੈ, ਜਿਸ ਦਾ ਮਹੀਨਾ ਇਹ ਵੀ 100 ਰੁਪਏ ਦੇ ਵਿੱਚੋਂ 2 ਰੁਪਏ ਲੱਗਦੇ ਨੇ। ਔਰ ਉਹ ਵੀ ਸਮਾਂ ਸੀ ਕਿ ਤੁਸੀਂ 70% ਕੰਮ ਕਰਨ ਵਾਲੇ ਲੋਕ, ਸਾਡੇ ਜਿਹੜਾ ਕੁੱਲ ਘਰੇਲੂ ਉਤਪਾਦ ਹੈ ਇਹਦੇ ਵਿੱਚ ਬਹੁਤ ਵੱਡੀ ਹਿੱਸੇਦਾਰੀ ਸੀ, 50% ਦੇ ਨੇੜੇ ਤੇੜੇ। ਆਜ਼ਾਦੀ ਤੋਂ ਬਾਅਦ ਜੇ 60-65 ਦੀ ਗੱਲ ਕਰੀਏ, 50% ਹਿੱਸਾ ਖੇਤੀਬਾੜੀ ਦਾ ਸਾਡੇ ਉਤਪਾਦਨ ਦੇ ਵੀ ਸੀ। ਅੱਜ 70% ਕੰਮ ਕਰਨ ਵਾਲੇ ਲੋਕਾਂ ਦੀ ਹਿੱਸੇਦਾਰੀ, ਤੁਸੀਂ ਅੰਦਾਜ਼ਾ ਕਰੋ ਸਾਡੇ ਜਿਹੜਾ ਕੁੱਲ ਘਰੇਲੂ ਉਤਪਾਦਨ ਹੁੰਦਾ ਦੇਸ਼ ਦਾ, ਕੇਵਲ 13% ਹੈ। 70% ਲੋਕ ਕੰਮ ਕਰਨ, ਹਿੱਸੇਦਾਰੀ ਉਤਪਾਦਨ ਵਿੱਚ 13% ਹੋਵੇ ਤਾਂ ਫਿਰ ਸਰਕਾਰ ਦੀ ਨੀਤੀਆਂ ਨਹੀਂ ਹੈ, ਨੀਤੀਆਂ ਮਾੜੀਆਂ ਨੇ, ਕਿਸਾਨ ਵਿਰੋਧੀ ਨੀਤੀਆਂ ਨੇ। ਜੇ ਰਘੂ ਰਾਜਨ ਨੇ ਇਹ ਕਿਹਾ ਤਾਂ ਉਸ ਨੂੰ ਹਟਾ ਦਿੱਤਾ ਗਿਆ। ਉਸ ਤੋਂ ਬਾਅਦ ਹੋਰ ਬੈਂਕ ਦੇ ਜਿਹੜੇ ਗਵਰਨਰ ਲਾਏ, ਉਹਨਾਂ ਨੇ ਵੀ ਨੁਕਤਾਚੀਨੀ ਕੀਤੀ। ਬਾਅਦ ਦੇ ਵਿੱਚ ਸਰਕਾਰ ਆਈ
कि गवर्नर ਦਾ ਫਾਹਾ ਵੱਢੋ, ਜਿਸ ਤਰ੍ਹਾਂ ਨੀਤੀ ਆਯੋਗ ਬਣਾਇਆ, ਕੋਈ ਕਮੇਟੀ ਬਣਾ ਦਿਓ ਇਸ ਦੀ ਵੀ। ਸੋ ਕਹਿਣ ਤੋਂ ਮੁਰਾਦ ਹੈ ਇੱਕ ਇੱਕ ਅਦਾਰੇ ਨੂੰ ਜਿਹੜਾ ਵੀ ਕੋਈ ਨੁਕਤਾਚੀਨੀ ਕਰਦਾ ਸਰਕਾਰ ਦੀ ਪਾਲਿਸੀ ਦੀ, ਉਸ ਨੂੰ ਤੋੜ ਦਿੱਤਾ ਜਾਂਦਾ ਹੈ। ਅੱਜ ਖੇਤੀਬਾੜੀ ਦੇ ਪਿੱਛੇ ਕਾਨੂੰਨਾਂ ਦਾ ਉਦੇਸ਼ ਵੀ ਇਹੀ ਹੈ ਕਿ ਅੱਜ ਖੇਤੀਬਾੜੀ ਨੂੰ ਕੁਝ ਜਿਹੜੇ ਛੋਟੇ ਜਾਂ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ, ਦੇਸ਼ 'ਚ ਹੋਣ ਵਿਦੇਸ਼ 'ਚ ਹੋਣ, ਉਹਨਾਂ ਦੇ ਹਵਾਲੇ ਕਰ ਦਿਓ ਤਾਂ ਕਿ ਪੈਸਾ ਨਾ ਲਾਣਾ ਪਵੇ। ਕਿਉਂਕਿ ਸਰਕਾਰ ਨੇ ਤਾਂ ਹੱਥ ਖੜੇ ਕੀਤੇ ਹੋਏ ਨੇ ਕਿ ਅਸੀਂ ਤਾਂ ਪੈਸਾ ਲਾਣਾ ਹੀ ਨਹੀਂ, ਸਾਡੇ ਕੋਲ ਤਾਂ ਪੈਸਾ ਹੈ ਨਹੀਂ। ਜਿਹੜੇ ਸਰਕਾਰੀ ਅਦਾਰੇ ਹੈ ਵੀ ਸੀ ਉਹ ਵੀ ਇੱਕ ਇੱਕ ਕਰਕੇ ਨਿਲਾਮ ਕਰਤੇ, ਵੇਚਤੇ, ਗਹਿਣੇ ਪਾਤੇ। ਰੇਲਵੇ ਤੱਕ ਤਾਂ ਗਹਿਣੇ ਪਾ ਰਹੇ ਹੈ। 에ਅਰ ਇੰਡੀਆ ਕਿੰਨੀ ਵੱਡੀ ਜਿਹੜੀ ਉਡਾਨ ਹੈ, ਇਸ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ। ਇੱਕ ਵੀ ਅਦਾਰਾ ਨਹੀਂ ਐਸਾ। ਸਰਕਾਰ ਦਾ ਕੇਵਲ ਵੋਟਾਂ ਲਓ ਔਰ ਰਾਜ ਕਰੋ, ਕਾਨੂੰਨ ਪਾਸ ਕਰੋ, ਲੋਕਾਂ ਦੇ ਭਲੇ ਦਾ ਕੋਈ ਕੰਮ ਵੀ ਨਾ ਕਰੋ। ਇਸ ਲਈ ਖੇਤੀਬਾੜੀ ਨੂੰ ਵੀ ਅਜਿਹਾ ਕਰਕੇ ਉਸ ਤੋਂ ਖਹਿੜਾ ਛੁਟਾ ਕੇ, ਖਹਿੜਾ ਪਹਿਲਾਂ ਹੀ ਛੁਟਾਇਆ ਹੋਇਆ, ਪਹਿਲਾਂ ਹੀ ਇਸ ਦੀ ਕੋਈ ਨਜ਼ਰਅੰਦਾਜ਼ ਕੀਤਾ ਹੋਇਆ, ਕੋਈ ਧਿਆਨ ਨਹੀਂ, ਨਾ ਕੋਈ ਜਿਨਸਾਂ ਜਿਹੜੇ ਭਾਅ ਮਿੱਥਦੇ ਨੇ ਉਹਨਾਂ ਦੇ ਪਿੱਛੇ ਪਾਲਿਸੀ ਹੈ, ਨਾ ਕੋਈ ਪੈਸਾ ਲਾਣਾ ਹੈ। ਅੱਜ ਸਭ ਤੋਂ ਵੱਡਾ ਖਤਰਨਾਕ ਇਹ ਹੈ ਕਿ ਅਨਾਜ ਦੀ ਪੈਦਾਵਾਰ ਵਿਦੇਸ਼ਾਂ 'ਚ ਬੈਠੇ ਵੀ ਜਿਹੜੇ ਕਾਰਪੋਰੇਟ ਘਰਾਣੇ ਨੇ ਵੱਡੇ, ਸਾਡੇ ਦੇਸ਼ ਦੇ ਵਿੱਚ ਵੀ ਉਹ ਇਹ ਕੈਲਕੂਲੇਟ ਕਰੀ ਬੈਠੇ ਹੈ, ਇਹ ਗਿਣਤੀ ਮਿਣਤੀ ਉਹਨਾਂ ਨੇ ਲਾਈ ਹੈ ਕਿ ਅਨਾਜ ਦੀ ਪੈਦਾਵਾਰ ਆਉਣ ਵਾਲੇ ਸਮੇਂ 'ਚ ਬਹੁਤ ਘਟ ਜਾਏਗੀ। ਉਹਦਾ ਕਾਰਨ ਇਹ ਹੈ ਕਿ ਜ਼ਮੀਨਾਂ ਆਹਿਸਤਾ ਆਹਿਸਤਾ ਘਟ ਰਹੀਆਂ ਨੇ। ਕਿਤੇ ਐਕਸਪ੍ਰੈਸ ਹਾਈਵੇ, ਕਿਤੇ ਸੜਕਾਂ, ਕਿਤੇ ਕਲੋਨੀਆਂ, ਕਿਤੇ ਫੈਕਟਰੀਆਂ, ਜਿਨ੍ਹਾਂ ਜ਼ਮੀਨਾਂ ਦੇ ਵਿੱਚ ਅਨਾਜ ਪੈਦਾ ਹੋਣਾ ਹੈ, ਉਹ ਜ਼ਮੀਨਾਂ ਬੜੀਆਂ ਘਟ ਰਹੀਆਂ ਨੇ। ਜੇ ਜ਼ਮੀਨਾਂ ਘਟ ਰਹੀਆਂ ਨੇ ਤਾਂ ਅਨਾਜ ਦੀ ਪੈਦਾਵਾਰ ਘਟ ਜਾਏਗੀ। ਜਿਹੜੀ ਪਾਪੂਲੇਸ਼ਨ ਹੈ, ਆਬਾਦੀ ਹੈ, ਉਹਦੇ ਉੱਪਰ ਤਾਂ ਕੋਈ ਰੋਕ ਨਹੀਂ। ਸਾਡੇ ਦੇਸ਼ ਦੀ ਆਬਾਦੀ ਦੇਖੋ ਕਿਸ ਤਰ੍ਹਾਂ ਹਰ ਸਾਲ ਕਿੰਨੀ ਵੱਧਦੀ ਹੈ, ਤਾਂ ਅਨਾਜ ਕਿੱਥੋਂ ਆਉਣਾ ਹੈ? ਅਨਾਜ ਕਾਰਖਾਨਿਆਂ 'ਚੋਂ ਨਹੀਂ ਆਉਣਾ, ਅਨਾਜ ਕੰਪਿਊਟਰਾਂ 'ਚੋਂ ਨਹੀਂ ਆਉਣਾ, ਨਾ ਅਨਾਜ ਕਿਸੇ ਹੋਰ ਪਾਸੇ ਤੋਂ ਆਉਣਾ ਹੈ। ਅਨਾਜ ਤਾਂ ਖੇਤਾਂ 'ਚੋਂ ਆਉਣਾ ਹੈ, ਜਿਹੜੀ ਜ਼ਮੀਨ ਦੇ ਵਿੱਚੋਂ ਆਉਣਾ ਹੈ। ਜੇ ਜ਼ਮੀਨ ਘਟ ਗਈ ਤਾਂ ਅਨਾਜ ਘਟੇਗਾ। ਇਸ ਲਈ ਕਾਰਪੋਰੇਟ ਘਰਾਣੇ ਪਹਿਲਾਂ ਹੀ ਇਹ ਗੋਂਦਾ ਗੁੰਦੀ ਬੈਠੇ ਨੇ ਵੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰੋ ਪਹਿਲਾਂ। ਤਾਂ ਹੀ ਜਿਹੜਾ ਬਿਲ ਗੇਟਸ ਅਮਰੀਕਾ ਵਾਲਾ, ਉਸ ਨੇ 2.5 ਲੱਖ ਏਕੜ ਜ਼ਮੀਨ ਪਹਿਲਾਂ ਹੀ ਖਰੀਦ ਲਈ, ਔਰ ਉੱਥੇ ਦੇ ਕਾਰਪੋਰੇਟ ਘਰਾਣੇ ਵੱਡੀਆਂ ਜ਼ਮੀਨਾਂ ਖਰੀਦ ਰਹੇ ਨੇ ਰੋਜ਼ਾਨਾ। ਕਿ ਜ਼ਮੀਨਾਂ ਦੇ ਉੱਪਰ ਆਹ ਜਿਹੜੀ ਦੱਖਣੀ ਅਫਰੀਕਾ ਹੈ, ਉੱਥੇ ਜ਼ਮੀਨਾਂ ਨੂੰ ਕੋਈ ਪੁੱਛਦਾ ਨਹੀਂ। ਇਹ ਘਰਾਣੇ ਸਾਰੇ ਉੱਥੇ ਜਾ ਰਹੇ ਨੇ ਕਿ ਸਸਤੀਆਂ ਜ਼ਮੀਨਾਂ ਖਰੀਦ ਲਓ, ਆਪਣੇ ਆਪ ਉਹਨਾਂ ਨੂੰ ਵਾਹੀਯੋਗ ਬਣਾ ਕੇ ਅਨਾਜ ਪੈਦਾ ਕਰਾਂਗੇ, ਅਨਾਜ ਘਟ ਜਾਏਗਾ, ਮਨੁੱਖਤਾ ਦੀ ਲੁੱਟ ਕਰਾਂਗੇ। ਇਸੇ ਲਈ ਜਿਹੜੇ ਕਾਨੂੰਨ ਨੇ ਮੋਦੀ ਨੇ ਲਿਆਂਦੇ, ਇਹ ਕੁਝ ਘਰਾਣੇ ਨੂੰ ਜ਼ਮੀਨਾਂ ਸੌਂਪਣ ਦੇ ਲਈ ਉਦੇਸ਼ ਉਹਦੇ ਪਿੱਛੇ ਹੋਰ ਦਿੱਤਾ, ਝੂਠ ਸਾਰਾ ਤੁਹਾਨੂੰ ਗੁੰਮਰਾਹ ਕਰਨ ਵਾਲਾ। ਪਰ ਮੁੱਖ ਉਦੇਸ਼ ਇਹੀ ਹੈ ਕਿ ਜ਼ਮੀਨਾਂ ਕਿਸੇ ਨਾ ਕਿਸੇ ਤਰ੍ਹਾਂ ਇਹ ਕਾਨੂੰਨ ਪਾਸ ਕਰਕੇ ਉਹਨਾਂ ਦੇ ਹਵਾਲੇ ਕਰ ਦਈਏ। ਤੁਹਾਡੇ ਹੱਥੋਂ ਜ਼ਮੀਨਾਂ ਖੁਰ ਜਾਣ, ਤੁਸੀਂ 80-90% ਲੋਕ ਜਿਹੜੇ ਛੋਟੇ ਕਿਸਾਨ ਹੋ, ਜਾਂ ਤਾਂ ਉਹਨਾਂ ਦੇ ਫਾਰਮਾਂ 'ਚ ਕੰਮ ਕਰੋ ਜਾਂ ਫਿਰ ਕਾਰਖਾਨਿਆਂ 'ਚ ਕੰਮ ਕਰੋ। ਰੁਜ਼ਗਾਰ ਉਹ ਵੀ ਨਹੀਂ ਹੈ। ਇੱਕ ਉਦੇਸ਼ ਇਹ ਵੀ ਹੈ ਇਹਨਾਂ ਦਾ ਕਿ ਖੇਤੀਬਾੜੀ ਦੇ ਉੱਪਰ ਲੋਕਾਂ ਦੀ ਨਿਰਭਰਤਾ ਕਹਿੰਦੇ ਬਹੁਤ ਜ਼ਿਆਦਾ ਹੈ। ਜਿਹੜੇ ਬਾਹਰਲੇ ਦੇਸ਼ ਨੇ ਉੱਥੇ ਖੇਤੀਬਾੜੀ ਦੀ ਨਿਰਭਰਤਾ ਹੈ ਨਹੀਂ। 5% ਲੋਕ ਨਿਰਭਰ ਨੇ ਖੇਤੀਬਾੜੀ ਤੇ, ਕਹਿੰਦੇ ਸਾਡੇ ਦੇਸ਼ ਦੇ ਵਿੱਚ 80% ਲੋਕ ਨੇ। ਇਸ ਲਈ ਖੇਤੀਬਾੜੀ ਇੰਨੇ ਵੱਡੇ ਲੋਕਾਂ ਦਾ ਭਾਰ ਨਹੀਂ ਚੱਕ ਸਕਦੀ। ਇਸ ਲਈ ਨਿਰਭਰਤਾ ਘਟਾ ਰਹੇ ਉਹਨਾਂ ਦੀ। ਇਹ ਵੀ ਕਾਨੂੰਨ ਤਾਂ ਵੀ ਲਿਆਂਦੇ, ਨਿਰਭਰਤਾ ਘਟਾਉਣ ਦਾ ਵੀ ਛੋਟੇ ਕਿਸਾਨ ਨੂੰ ਇਸ ਤੋਂ ਬਾਹਰ ਕੱਢ ਦਿਓ। ਜੇ ਬਾਹਰ ਕੱਢੋਗੇ ਤਾਂ ਉਸ ਨੂੰ ਖਾਣ ਲਈ ਰੁਜ਼ਗਾਰ ਤਾਂ ਕਿਤੇ ਦੇਣਾ ਹੈ, ਰੁਜ਼ਗਾਰ ਤਾਂ ਕਿਤੇ ਵੀ ਨਹੀਂ। ਰੁਜ਼ਗਾਰ ਤਾਂ ਇੱਕ ਇੱਕ ਕਰਕੇ ਸੁੰਗੜਦੇ ਜਾ ਰਹੇ ਆ। ਕਰੋਨਾ ਮਹਾਮਾਰੀ ਦੇ ਵਿੱਚ ਵੀ ਤੁਸੀਂ ਦੇਖਿਆ ਕਿ 10 ਕਰੋੜ ਤੋਂ ਜ਼ਿਆਦਾ ਲੋਕ ਉਹ ਬੇਰੁਜ਼ਗਾਰ ਹੋਏ ਨਾ, ਅਜੇ ਤੱਕ ਰੁਜ਼ਗਾਰ ਨਹੀਂ। ਛੋਟੇ ਮੋਟੇ ਕਾਰੋਬਾਰ ਸਾਰੇ ਹੀ ਬੰਦ ਹੋ ਗਏ। ਦੇਸ਼ ਦੀ ਵਿਕਾਸ ਦਰ ਜਿੰਨੀ ਉਦੋਂ ਗਿਰੀ, ਹੁਣ ਤੱਕ ਜਿਹੜੀ ਲਾਈਨ ਦਾ ਭਰਾ ਹੀ ਨਹੀਂ। ਸੋ ਅੱਜ ਕਰੋਨਾ ਫੇਰ ਆਇਆ ਹੋਇਆ। ਸੋ ਇਹ ਉਦੇਸ਼ ਹੈ ਜਿਹੜਾ, ਇਹ ਬਹੁਤ ਖਤਰਨਾਕ ਹੈ। ਇਹ ਦੇਸ਼ ਦੀ ਆਰਥਿਕਤਾ ਨੂੰ ਵੀ ਖਤਮ ਕਰਨ ਵਾਲਾ ਹੈ, ਖੇਤੀਬਾੜੀ ਨੂੰ ਤਾਂ ਖਤਮ ਕਰੇਗਾ ਹੀ। ਤਾਂ ਹੀ ਸਾਰੀਆਂ ਜਥੇਬੰਦੀਆਂ ਨੇ, ਤੁਸੀਂ ਸਾਰੇ ਆਪਾਂ ਤਨਦੇਹੀ ਨਾਲ ਬੈਠੇ ਹਾਂ। ਦੇਸ਼ ਔਰ ਵਿਦੇਸ਼ ਸਾਡੇ ਵੱਲ ਦੇਖਦਾ ਹੈ ਕਿ ਜ਼ਮੀਨਾਂ ਨੂੰ ਬਚਾਓ, ਖੇਤੀਬਾੜੀ ਨੂੰ ਬਚਾਓ। ਸਾਡੇ ਦੇਸ਼ ਦੀ ਆਰਥਿਕਤਾ ਦਾ ਧੁਰ ਹੈ, ਜੇ ਖਤਮ ਹੋ ਗਈ ਆਰਥਿਕਤਾ ਨੇ ਪਹਿਲੇ ਹੀ ਖਤਮ ਹੋ ਜਾਣਾ, ਬਰਬਾਦ ਹੋਣਾ। ਨਾ ਮਾਰਕੀਟ ਰਹੇਗੀ, ਨਾ ਬਾਜ਼ਾਰ ਰਹਿਣਗੇ, ਕੋਈ ਚੀਜ਼ ਨਹੀਂ ਰਹਿਣੀ। ਸੋ ਇਸ ਦੀ ਰਾਖੀ ਕਰੋ, ਤਕੜੇ ਹੋ, ਲੜਾਈ ਨੂੰ ਬਲਵਾਨ ਕਰੋ, ਮੋਰਚੇ ਤਕੜੇ ਕਰੋ। ਖੇਤੀ ਕਾਨੂੰਨਾਂ ਰੱਦ ਕਰਾਈਏ, MSP ਦੇ ਕਾਨੂੰਨ ਬਣਾਈਏ। ਸੰਖੇਪ ਸ਼ਬਦਾਂ ਦੇ ਵਿੱਚ ਇਹੀ ਬੇਨਤੀਆਂ ਕਰਨੀਆਂ ਸਨ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਇੱਕ ਇੱਕ ਅਦਾਰੇ ਨੂੰ ਜਿਹੜਾ ਵੀ ਕੋਈ ਨੁਕਤਾਚੀਨੀ ਕਰਦਾ ਸਰਕਾਰ ਦੀ ਪਾਲਿਸੀ ਦੀ, ਉਸ ਨੂੰ ਤੋੜ ਦਿੱਤਾ ਜਾਂਦਾ ਹੈ। ਕਿ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੇ ਪਿੱਛੇ
ਸਰਕਾਰ ਅਜੇ ਵੀ ਇਹ ਤਰਕ ਦੇ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਬਣਾਏ। ਆਜ਼ਾਦੀ ਤੋਂ ਬਾਅਦ ਜੇ 60 ਜਾਂ 65 ਦੀ ਗੱਲ ਕਰੀਏ, 50% ਹਿੱਸਾ ਖੇਤੀਬਾੜੀ ਦਾ ਸਾਡੇ ਉਤਪਾਦਨ ਦੇ ਵਿੱਚ ਸੀ। ਅੱਜ 70% ਕੰਮ ਕਰਨ ਵਾਲੇ ਲੋਕਾਂ ਦੀ ਹਿੱਸੇਦਾਰੀ, ਤੁਸੀਂ ਅੰਦਾਜ਼ਾ ਕਰੋ ਸਾਡੇ ਜਿਹੜਾ ਕੁੱਲ ਘਰੇਲੂ ਉਤਪਾਦਨ ਹੁੰਦਾ ਦੇਸ਼ ਦਾ, ਕੇਵਲ 13% ਹੈ।